ਹੈਲੋ ਫਰੈਂਡਸ, ਜਿਵੇਂ ਕਿ ਤੁਹਾਨੂੰ ਪਤਾ ਆਪਾਂ ਭਾਰਤੀ ਸੰਸਦ ਦੇ ਬਾਰੇ ਆਪਣਾ ਟੌਪਿਕ ਸ਼ੁਰੂ ਕੀਤਾ ਹੋਇਆ, ਜਿਹਦੇ ਵਿੱਚ ਆਪਾਂ ਰਾਜ ਸਭਾ ਅਤੇ ਲੋਕ ਸਭਾ ਪੜ੍ਹ ਲਏ ਸੀਗੇ। ਅਤੇ ਪਿਛਲੇ ਵੀਡੀਓ ਦੇ ਵਿੱਚ ਆਪਾਂ ਰਾਸ਼ਟਰਪਤੀ ਟੌਪਿਕ ਜੋ ਆਪਣਾ ਸ਼ੁਰੂ ਕੀਤਾ ਸੀਗਾ, ਅਤੇ ਉਹਦੇ ਵਿੱਚ ਆਪਾਂ ਪੜ੍ਹ ਲਿਆ ਸੀਗਾ ਕਿ ਰਾਸ਼ਟਰਪਤੀ ਨਾਲ ਸੰਬੰਧਿਤ ਅਨੁਛੇਦ ਕੀ ਹੈ, ਕਿਹੜੇ ਅਨੁਛੇਦ ਨਾਲ ਸੰਬੰਧਿਤ ਹੈ ਰਾਸ਼ਟਰਪਤੀ ਆਪਣਾ, ਕਿਹੜੇ ਭਾਗ ਨਾਲ ਹੈ। ਅਤੇ ਇੱਕ ਵਾਰੀ ਥੋੜ੍ਹਾ ਵੇਖ ਲਓ ਤੁਸੀਂ ਕਿ ਭਾਗ 5 ਦੇ ਵਿੱਚ ਆਪਣਾ ਰਾਸ਼ਟਰਪਤੀ ਹੈ। ਭਾਗ ਦੇ 5 ਦੇ ਅੰਦਰ ਜੋ ਅਨੁਛੇਦ ਹੈ 52, ਉਹਦੇ ਵਿੱਚ ਰਾਸ਼ਟਰਪਤੀ ਦੀ ਵਿਵਸਥਾ ਕੀਤੀ ਗਈ ਹੈ। ਅਤੇ 53 ਦੇ ਵਿੱਚ ਕਿਹਾ ਗਿਆ ਹੈ ਕਿ ਆਪਣੇ ਜੋ ਕਾਰਜਪਾਲਿਕਾ ਦੀਆਂ ਸ਼ਕਤੀਆਂ ਨੇ ਉਹ ਰਾਸ਼ਟਰਪਤੀ ਦੇ ਵਿੱਚ ਸਮਾਹਿਤ ਹੋਣਗੀਆਂ, ਪਰ ਉਹ ਉਹਨਾਂ ਦੀ ਜਿਹੜੀ ਆਪਣੀ ਸ਼ਕਤੀ ਹੈ ਰਾਸ਼ਟਰਪਤੀ, ਉਹ ਖੁਦ ਯੂਜ਼ ਨਹੀਂ ਕਰੇਗਾ, ਬਲਕਿ ਆਪਣੇ ਅਧੀਨ ਅਧਿਕਾਰੀਆਂ ਤੋਂ ਕਰਵਾਏਗਾ। ਪਰ ਕੁਝ ਕੰਡੀਸ਼ਨਾਂ ਹੋਣਗੀਆਂ, ਜਿਵੇਂ ਆਪਾਤਕਾਲ ਵਰਗੀਆਂ ਸਥਿਤੀਆਂ, ਜਿਹਦੇ ਵਿੱਚ ਰਾਸ਼ਟਰਪਤੀ ਜੋ ਆਪਣੀ ਸ਼ਕਤੀਆਂ ਦਾ ਪ੍ਰਯੋਗ ਜਿਹੜਾ ਖੁਦ ਕਰੇਗਾ। ਤਾਂ ਇਹ ਆਪਾਂ ਪੜ੍ਹ ਲਿਆ ਸੀਗਾ। ਅਤੇ ਆਪਾਂ ਫਿਰ ਇਹਦੀਆਂ ਯੋਗਤਾਵਾਂ ਦੇ ਬਾਰੇ ਪੜ੍ਹਿਆ ਸੀਗਾ, ਯੋਗਤਾਵਾਂ ਕੀ ਸੀਗੀਆਂ ਇਹ ਪੜ੍ਹਿਆ ਸੀਗਾ। ਅਤੇ ਇੱਥੇ ਆਪਾਂ 2 ਮੇਨ ਪੁਆਇੰਟ ਜਿਹੜੇ ਨੇ ਉਹ ਡਿਸਕਸ ਕੀਤੇ ਸੀਗੇ ਕਿ ਰਾਸ਼ਟਰਪਤੀ ਜਿਹੜਾ ਹੈ ਨਾਮ ਮਾਤਰ ਦੀ ਕਾਰਜਪਾਲਿਕਾ ਹੈਗੀ ਹੈ, ਫਿਰ ਵਾਸਤਵਿਕ ਕਾਰਜਪਾਲਿਕਾ ਜੋ ਹੈਗੀ ਹੈ ਪ੍ਰਧਾਨ ਮੰਤਰੀ ਹੁੰਦਾ ਆਪਣਾ, ਅਤੇ ਉਹਦਾ ਮੰਤਰੀ ਮੰਡਲ ਹੁੰਦਾ ਹੈ। ਫਿਰ ਰਾਸ਼ਟਰਪਤੀ ਦੇਸ਼ ਦਾ ਜਿਹੜਾ ਹੈ ਸੰਵਿਧਾਨਿਕ ਪ੍ਰਧਾਨ ਹੁੰਦਾ, ਅਤੇ ਰਾਸ਼ਟਰਪਤੀ ਜੋ ਹੈ ਪਹਿਲਾ ਨਾਗਰਿਕ ਵੀ ਹੁੰਦਾ ਦੇਸ਼ ਦਾ ਪਹਿਲਾ ਨਾਗਰਿਕ ਹੁੰਦਾ ਰਾਸ਼ਟਰਪਤੀ। ਇਸ ਤੋਂ ਬਾਅਦ ਆਪਾਂ ਇਹਦੀਆਂ ਯੋਗਤਾਵਾਂ ਪੜ੍ਹ ਲਈਆਂ ਸੀਗਾ। ਯੋਗਤਾਵਾਂ ਬਾਰੇ ਦੱਸਿਆ ਗਿਆ ਅਨੁਛੇਦ 58 ਦੇ ਵਿੱਚ। ਇਹਦੇ ਵਿੱਚ ਰਾਸ਼ਟਰਪਤੀ ਦੀਆਂ ਯੋਗਤਾਵਾਂ ਦੱਸੀਆਂ ਹੋਈਆਂ 58 ਦੇ ਵਿੱਚ, ਅਨੁਛੇਦ 58 ਦੇ ਵਿੱਚ, ਆਰਟੀਕਲ 58 ਦੇ ਵਿੱਚ, ਕਿ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ, ਸਿਟੀਜ਼ਨ ਆਫ ਇੰਡੀਆ ਹੋਣਾ ਚਾਹੀਦਾ, 35 ਈਅਰ ਦੀ ਇਹਦੀ ਜਿਹੜੀ ਹੈ ਉਮਰ ਹੋਣੀ ਚਾਹੀਦੀ ਹੈ, ਪੂਰੀ ਕਰ ਚੁੱਕਿਆ ਹੋਵੇ। ਘੱਟੋ ਘੱਟ ਉਮਰ ਜਿਹੜੀ ਹੈ 35 ਸਾਲ ਦੀ ਹੋਣੀ ਚਾਹੀਦੀ ਹੈ। ਲੋਕ ਸਭਾ ਦੇ ਮੈਂਬਰ ਬਣਨ ਜਾਂ ਮੈਂਬਰ ਚੁਣਨ ਦੇ ਯੋਗ ਹੋਣਾ ਚਾਹੀਦਾ, ਉਹਦੀਆਂ ਸਾਰੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਲੋਕ ਸਭਾ ਦੇ ਮੈਂਬਰ ਬਣਨ ਯੋਗ। ਚੁਣਾਵ ਦੇ ਸਮੇਂ ਕੋਈ ਲਾਭ ਦਾ ਪਦ ਧਾਰਨ ਨਾ ਕਰਦਾ ਹੋਵੇ, ਇਹ ਆਪਾਂ ਪੜ੍ਹ ਲਿਆ ਸੀਗਾ ਕਿ ਲਾਭ ਦੇ ਪਦ ਕਿਹੜੇ ਕਿਹੜੇ ਨਹੀਂ ਹੁੰਦੇ, ਲਾਭ ਦੇ ਪਦ ਦੇ ਵਿੱਚ ਕਿਹੜੇ ਕਿਹੜੇ ਨਹੀਂ ਆਉਂਦੇ, ਇਹ ਆਪਾਂ ਪੜ੍ਹ ਲਏ ਸੀਗੇ। ਅਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰਾਜਪਾਲ ਅਤੇ ਸੰਘ ਰਾਜਾਂ ਦੇ ਰਾਜ ਮੰਤਰੀ ਜਿਹੜੇ ਨੇ ਇਹ ਲਾਭ ਦੇ ਪਦ ਅਧੀਨ ਨਹੀਂ ਆਉਂਦੇ। ਤਾਂ ਇੰਨਾ ਆਪਾਂ ਕਰ ਲਿਆ ਸੀਗਾ। ਅੱਜ ਆਪਾਂ ਪੜ੍ਹਦੇ ਹਾਂ ਰਾਸ਼ਟਰਪਤੀ ਦਾ ਚੋਣ ਮੰਡਲ ਕਿਸ ਤਰ੍ਹਾਂ ਦਾ ਹੁੰਦਾ, ਇਹਦੇ ਬਾਰੇ। ਚਲੋ ਆਪਾਂ ਸ਼ੁਰੂ ਕਰਦੇ ਹਾਂ ਰਾਸ਼ਟਰਪਤੀ ਦੇ ਚੋਣ ਮੰਡਲ ਬਾਰੇ। ਤਾਂ ਫਰੈਂਡਸ, ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਰਾਸ਼ਟਰਪਤੀ ਟੌਪਿਕ ਨੂੰ ਅੱਗੇ ਸ਼ੁਰੂ ਕਰਦੇ ਹਾਂ, ਜਿਹਦੇ ਵਿੱਚ ਆਪਾਂ ਛੱਡਿਆ ਸੀਗਾ ਕਿ ਰਾਸ਼ਟਰਪਤੀ ਦੀ ਚੋਣ ਦੇ ਵਿੱਚ, ਚੋਣ ਮੰਡਲ ਦੇ ਵਿੱਚ ਕੌਣ ਕੌਣ ਹੁੰਦੇ ਆ, ਕਿੱਥੇ ਹੁੰਦਾ, ਅਤੇ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਵਿੱਚ ਚੋਣ ਮੰਡਲ ਦੀ ਵਿਵਸਥਾ ਕੀਤੀ ਗਈ ਹੈ, ਅਤੇ ਕੀ ਕੀ ਚੋਣ ਮੰਡਲ ਦੀਆਂ ਸ਼ਰਤਾਂ ਦੱਸੀਆਂ ਗਈਆਂ ਨੇ। ਆਓ ਪੜ੍ਹਦੇ ਹਾਂ। ਆਪਣਾ ਪਹਿਲਾ ਪੁਆਇੰਟ ਹੈ ਰਾਸ਼ਟਰਪਤੀ ਦੇ ਚੋਣ ਦੇ ਲਈ ਚੋਣ ਮੰਡਲ ਦੀ ਵਿਵਸਥਾ ਭਾਰਤੀ ਸੰਵਿਧਾਨ ਦੇ ਅਨੁਛੇਦ 54 ਦੇ ਵਿੱਚ ਕੀਤੀ ਗਈ ਹੈ। 54 ਅਨੁਛੇਦ ਜਿਹੜਾ ਹੈ ਆਪਣਾ, ਇਹ ਭਾਰਤੀ ਸੰਵਿਧਾਨ ਦੇ ਵਿੱਚ ਰਾਸ਼ਟਰਪਤੀ ਦੇ ਚੋਣ ਲਈ ਚੋਣ ਮੰਡਲ ਦੀ ਵਿਵਸਥਾ ਕਰਦਾ। ਇਹਦੇ ਵਿੱਚ ਚੋਣ ਮੰਡਲ ਦੇ ਵਿੱਚ ਕੌਣ ਕੌਣ ਹੋਣਗੇ, ਇਹ ਵੀ ਇਸੇ ਅਨੁਛੇਦ ਦੇ ਵਿੱਚ ਦੱਸਿਆ ਗਿਆ ਕਿ ਰਾਜ ਸਭਾ, ਲੋਕ ਸਭਾ ਅਤੇ ਰਾਜਾਂ ਦੇ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ। ਇਹ ਦੱਸਿਆ ਗਿਆ ਕਿ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਵੋਟਿੰਗ ਦੇ ਲਈ ਕੌਣ ਕੌਣ ਹੋਣਗੇ ਉਹ ਮੈਂਬਰ ਜਿਹੜੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਭਾਗ ਲੈਣਗੇ। ਤਾਂ ਰਾਜ ਸਭਾ ਦੇ ਜਿਹੜੇ ਮੈਂਬਰ ਹੈਗੇ ਆ 250 ਮੈਂਬਰ ਆਪਾਂ ਮੰਨੇ ਆ, ਪਰ ਉਹਦੇ ਵਿੱਚੋਂ ਆਪਣੇ ਕੋਲ ਨੇ 245 ਮੈਂਬਰ। ਫਿਰ ਆਪਣੇ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਆਪਣੇ 543 ਰਹਿ ਗਏ ਨੇ, ਪਹਿਲਾਂ 545 ਸੀਗੇ, ਠੀਕ ਹੈ। ਤਾਂ ਲੋਕ ਸਭਾ ਦੇ ਉਹ ਜਿੰਨੇ ਮੌਜੂਦਾ ਮੈਂਬਰ ਹੋਣਗੇ ਉਹ ਹੋਣਗੇ। ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਜਿਹੜੀਆਂ ਨੇ ਆਪਣੇ ਸਟੇਟਾਂ ਦੀਆਂ, ਜਿਵੇਂ ਪੰਜਾਬ ਦੀ ਵਿਧਾਨ ਸਭਾ ਹੈਗੀ ਹੈ, ਰਾਜਸਥਾਨ ਦੀ ਹੈ, ਯੂਪੀ ਦੀ ਹੈ, ਇਹਨਾਂ ਵਿਧਾਨ ਸਭਾਵਾਂ ਦੇ ਜਿਹੜੇ ਮੈਂਬਰ ਚੁਣੇ ਹੋਏ ਨੇ ਜਨਤਾ ਦੁਆਰਾ, ਉਹ ਜਿਹੜੇ ਹੈ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਭਾਗ ਲੈਣਗੇ, ਰਾਸ਼ਟਰਪਤੀ ਚੁਣਨ ਦੇ ਲਈ ਵੋਟਿੰਗ ਕਰਨਗੇ। ਨਵੀਂ ਵਿਵਸਥਾ ਦੇ ਅਨੁਸਾਰ 2 ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਆਪਣੇ ਜਿਹੜੇ ਨੇ ਹੈਗੇ ਨੇ ਉਹ ਵੀ ਵਿੱਚ ਆਉਂਦੇ ਨੇ। ਨਵੀਂ ਵਿਵਸਥਾ ਦੇ ਅਨੁਸਾਰ ਕੀ ਹੈ ਕਿ ਇਹ ਜਿਹੜੇ ਰਾਜ ਸਭਾ, ਲੋਕ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾ ਦੇ ਮੈਂਬਰ ਤਾਂ ਆਉਂਦੇ ਹੀ ਨੇ, ਪਰ ਇਹਨਾਂ ਤੋਂ ਇਲਾਵਾ ਪੌਂਡੀਚੇਰੀ ਵਿਧਾਨ ਸਭਾ ਅਤੇ ਦਿੱਲੀ ਵਿਧਾਨ ਸਭਾ ਜਿਹੜੀ ਹੈ ਉਹਦੇ ਮੈਂਬਰ ਵੀ ਸ਼ਾਮਿਲ ਹੁੰਦੇ ਨੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ। ਤਾਂ ਇਹ ਪੁਆਇੰਟ ਤੁਸੀਂ ਯਾਦ ਰੱਖਣਾ ਕਿ ਨਵੀਂ ਵਿਵਸਥਾ ਦੇ ਵਿੱਚ 2 ਕੇਂਦਰ ਸ਼ਾਸਿਤ ਪ੍ਰਦੇਸ਼ ਹੋਰ ਜੋੜ ਦਿੱਤੇ ਗਏ ਨੇ, ਪੌਂਡੀਚੇਰੀ ਵਿਧਾਨ ਸਭਾ ਅਤੇ ਦਿੱਲੀ ਵਿਧਾਨ ਸਭਾ। ਇਹਦੇ ਮੈਂਬਰ ਵੀ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਭਾਗ ਲੈਂਦੇ ਨੇ, ਚੁਣੇ ਹੋਏ ਮੈਂਬਰ। ਹਾਂ, ਚੁਣੇ ਹੋਏ ਮੈਂਬਰ ਨੇ, ਇਹ ਜੋ ਨਾਮਜ਼ਦ ਕੀਤੇ ਹੋਏ ਮੈਂਬਰ ਨੇ ਉਹ ਭਾਗ ਨਹੀਂ ਲੈ ਸਕਦੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ, ਕਿਉਂਕਿ ਉਹਨਾਂ ਨੂੰ ਰਾਸ਼ਟਰਪਤੀ ਹੀ ਨਾਮਜ਼ਦ ਕਰਦਾ ਸੀਗਾ। ਇਸ ਕਰਕੇ ਹੋ ਸਕਦਾ ਹੈ ਕਿ
ਉਹਦੇ ਰਾਸ਼ਟਰਪਤੀ ਦੇ ਅਧੀਨ ਰਹਿੰਦੇ ਹੋਏ ਜਾਂ ਕਿਸੇ ਦਬਾਅ ਦੇ ਕਾਰਨ ਜਾਂ ਕਿਸੇ ਸਿਫਾਰਿਸ਼ ਦੇ ਕਾਰਨ ਰਾਸ਼ਟਰਪਤੀ ਨੂੰ ਵੋਟ ਦੇ ਦੇਣ ਕਿਸੇ ਹੱਕ ਦੇ ਵਿੱਚ, ਤਾਂ ਇਸ ਕਰਕੇ ਉਹ ਜਿਹੜੇ ਨਾਮਜ਼ਦ ਮੈਂਬਰ ਨੇ ਉਹ ਵੋਟ ਨਹੀਂ ਦੇ ਸਕਦੇ। ਇਸ ਕਰਕੇ ਜਿਹੜੇ ਚੁਣੇ ਹੋਏ ਮੈਂਬਰ ਨੇ ਉਹੀ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਹਿੱਸਾ ਲੈਂਦੇ ਨੇ, ਉਹੀ ਵੋਟਿੰਗ ਕਰਦੇ ਨੇ। ਦੂਜਾ ਪੁਆਇੰਟ ਆਪਣਾ, ਰਾਸ਼ਟਰਪਤੀ ਪਦ ਦੇ ਉਮੀਦਵਾਰਾਂ ਦੇ ਲਈ ਚੋਣ ਮੰਡਲ ਦੇ 50 ਮੈਂਬਰ ਪ੍ਰਸਤਾਵਕ ਹੋਣੇ ਚਾਹੀਦੇ ਨੇ ਤੇ 50 ਮੈਂਬਰ ਜਿਹੜੇ ਆ ਪ੍ਰਵਾਨਗੀ ਦੇਣ ਵਾਲੇ ਹੋਣੇ ਚਾਹੀਦੇ ਨੇ। ਤਾਂ ਇਹ ਗੱਲ ਕੀ ਹੈ ਇੱਥੇ, ਇਹਨੂੰ ਸਮਝਣ ਵਾਲੀ ਹੈ ਗੱਲ ਕਿ ਜਦੋਂ ਵੀ ਕੋਈ ਵਿਅਕਤੀ ਰਾਸ਼ਟਰਪਤੀ ਦੇ ਲਈ ਉਮੀਦਵਾਰ ਖੜਾ ਹੁੰਦਾ ਤੇ ਆਪਣਾ ਨਾਮਜ਼ਦਗੀ ਫਾਰਮ ਭਰਦਾ ਹੈ, ਚੋਣ ਕਮਿਸ਼ਨ ਨੂੰ ਦਿੰਦਾ ਹੈ, ਤਾਂ ਉਹ ਨਾਮਜ਼ਦਗੀ ਫਾਰਮ ਭਰਨ ਤੋਂ ਬਾਅਦ ਜਾਂ ਭਰਨ ਤੋਂ ਪਹਿਲਾਂ ਜੋ ਚੋਣ ਮੰਡਲ ਦੇ ਮੈਂਬਰ ਨੇ ਉਹਨਾਂ ਵਿੱਚੋਂ 50 ਮੈਂਬਰ ਜਿਹੜੇ ਹੁੰਦੇ ਨੇ ਉਹ ਪ੍ਰਸਤਾਵਿਤ ਕਰਦੇ ਨੇ ਕਿ ਹਾਂ ਇਹ ਵਿਅਕਤੀ ਜਿਹੜਾ ਹੈ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਹੈ, ਤੇ 50 ਮੈਂਬਰ ਨੇ ਜਿਹੜੇ ਉਹਨੂੰ ਪ੍ਰਵਾਨਗੀ ਦਿੰਦੇ ਨੇ ਕਿ ਹਾਂ ਇਹ ਬੰਦਾ ਜਿਹੜਾ ਹੈ ਕਾਬਿਲ ਹੈ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਹੈ। ਕਹਿ ਲਓ ਇੱਕ ਤਰ੍ਹਾਂ ਦੀ ਇੱਕ ਪ੍ਰੀ ਵੋਟਿੰਗ ਕਹਿ ਲਓ ਕਿ ਇਹ ਬੰਦਾ ਜਿਹੜਾ ਹੈ ਨਾਮਜ਼ਦਗੀ ਫਾਰਮ ਭਰਨ ਵਾਸਤੇ ਇੱਕ ਤਰ੍ਹਾਂ ਦੀ ਵੋਟਿੰਗ ਹੀ ਕਰਾਈ ਜਾਂਦੀ ਹੈ, ਤੇ ਜਿਹਦੇ ਹੱਕ ਦੇ ਵਿੱਚ ਜ਼ਿਆਦਾ ਵੋਟਿੰਗ ਜੀ ਹੋ ਜਾਂਦੀ ਹੈ ਤੇ ਉਹ ਜਿਹੜਾ ਹੈ ਆਪਣਾ ਰਾਸ਼ਟਰਪਤੀ ਪਦ ਦੇ ਲਈ ਨਾਮਜ਼ਦਗੀ ਫਾਰਮ ਭਰ ਸਕਦਾ ਹੈ ਤੇ ਚੋਣ ਲੜ ਸਕਦਾ ਹੈ। ਤਾਂ ਇਹ ਇਸ ਤਰ੍ਹਾਂ ਦੀ ਇੱਕ ਪ੍ਰੀ ਵੋਟਿੰਗ ਕਹਿ ਸਕਦੇ ਹਾਂ ਆਪਾਂ ਇਹਨੂੰ, ਕਿ ਇਹਦੇ ਵਿੱਚ ਚੋਣ ਮੰਡਲ ਦੇ 50 ਮੈਂਬਰ ਪ੍ਰਸਤਾਵਕ ਹੋਣੇ ਚਾਹੀਦੇ ਨੇ ਤੇ 50 ਮੈਂਬਰ ਜਿਹੜੇ ਆ ਪ੍ਰਵਾਨਗੀ ਦੇਣ ਵਾਲੇ ਹੋਣੇ ਚਾਹੀਦੇ ਨੇ। ਅੱਗੇ ਤੀਜਾ ਪੁਆਇੰਟ ਆਪਣਾ, ਰਾਸ਼ਟਰਪਤੀ ਦੀ ਚੋਣ ਜੋ ਹੈ, ਰਾਸ਼ਟਰਪਤੀ ਦੀ ਚੋਣ ਅਨੁਪਾਤਕ ਪ੍ਰਤੀਨਿਧਤਵ ਪੱਧਤੀ ਦੇ ਅਨੁਸਾਰ ਇਕਹਿਰੀ ਸੰਕਰਮਣ ਮਤ ਪੱਧਤੀ ਇਹਨੂੰ ਆਪਾਂ ਕਹਾਂਗੇ। ਜਿਹੜੀ ਅਨੁਪਾਤਕ ਪ੍ਰਤੀਨਿਧਤਵ ਪੱਧਤੀ ਜਿਹੜੀ ਹੈਗੀ ਹੈ ਉਹਦੇ ਅਨੁਸਾਰ ਜਿਹੜੀ ਹੈ ਇਕਹਿਰੀ ਸੰਕਰਮਣ ਮਤ ਪੱਧਤੀ ਜਿਹੜੀ ਹੈ ਇਹਨੂੰ ਯੂਜ਼ ਕੀਤਾ ਜਾਂਦਾ। ਇਹ ਇੱਕ ਪ੍ਰਕਿਰਿਆ ਹੈਗੀ ਹੈ ਕਿ ਕਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ। ਇਹ ਫਾਰਮੂਲਾ ਜਿਹੜਾ ਲੱਗਦਾ ਹੈ ਇਹਦੇ ਅਕੋਰਡਿੰਗ ਸ਼ੁਰੂ ਹੁੰਦੀ ਹੈ। ਇਹਨੂੰ ਆਪਾਂ ਜੇਕਰ ਵੇਖੀਏ ਤਾਂ ਇਹਨੂੰ ਆਪਾਂ ਸਿੰਗਲ ਟਰਾਂਸਫਰੇਬਲ ਵੋਟ ਸਿਸਟਮ ਵੀ ਕਹਿ ਸਕਦੇ ਹਾਂ। ਕਹਿ ਕੀ ਸਕਦੇ ਹਾਂ, ਹੁੰਦਾ ਹੀ ਇਹੀ ਹੈ, ਠੀਕ ਹੈ। ਸਿੰਗਲ ਟਰਾਂਸਫਰੇਬਲ ਵੋਟ ਸਿਸਟਮ ਇਸ ਨੂੰ ਆਪਾਂ ਕਿਹਾ ਜਾਂਦਾ। ਇਸ ਸਿਸਟਮ ਦੇ ਥਰੂ ਆਪਾਂ ਰਾਸ਼ਟਰਪਤੀ ਦੀ ਜਿਹੜੀ ਚੋਣ ਹੈ ਉਹ ਕਰਦੇ ਹਾਂ। ਪੰਜਾਬੀ ਦੇ ਵਿੱਚ ਇਹਨੂੰ ਕਹਾਂਗੇ ਇਕਹਿਰੀ ਸੰਕਰਮਣੀ ਮਤ ਪੱਧਤੀ। ਇਕਹਿਰੀ ਸੰਕਰਮਣੀ ਮਤ ਪੱਧਤੀ, ਇਹਨੂੰ ਲਿਖ ਲੈਣਾ ਕਿ ਰਾਸ਼ਟਰਪਤੀ ਦੀ ਚੋਣ ਕਿਹੜੀ ਪ੍ਰਕਿਰਿਆ ਦੇ ਨਾਲ ਹੁੰਦਾ। ਕੁਐਸਚਨ ਦੇ ਵਿੱਚ ਬਹੁਤ ਵਾਰ ਪੁੱਛਿਆ ਜਾ ਸਕਦਾ ਹੈ ਕਿ ਇਕਹਿਰੀ ਸੰਕਰਮਣ ਮਤ ਪੱਧਤੀ ਦੇ ਨਾਲ ਇਸ ਨੂੰ ਚੁਣਿਆ ਜਾਂਦਾ। ਤੇ ਇਹ ਚੋਣ ਪ੍ਰਣਾਲੀ ਕਿੱਥੇ ਕਿਹੜੇ ਅਨੁਛੇਦ ਦੇ ਵਿੱਚ ਦੱਸੀ ਗਈ ਹੈ। ਇਹ ਜੋ ਇਕਹਿਰੀ ਸੰਕਰਮਣ ਮਤ ਪੱਧਤੀ ਹੈਗੀ ਹੈ ਇਹ ਆਪਣੇ ਅਨੁਛੇਦ 55 ਦੇ ਵਿੱਚ ਕਿਹਾ ਗਿਆ। ਅਨੁਛੇਦ 55(3) ਦੇ ਵਿੱਚ 55 ਦਾ ਜਿਹੜਾ ਤੀਜਾ ਭਾਗ ਹੈ ਉਹਦੇ ਵਿੱਚ ਆਪਾਂ ਨੂੰ ਇਹ ਵੋਟਿੰਗ ਪ੍ਰਣਾਲੀ ਜੀ ਜੋ ਹੈ ਵਿਵਸਥਾ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇਹ ਚੁਣਿਆ ਜਾਏਗਾ। ਅਨੁਪਾਤਕ ਪ੍ਰਤੀਨਿਧਤਵ ਪੱਧਤੀ ਦੇ ਨਾਲ ਚੁਣਿਆ ਜਾਏਗਾ ਤੇ ਇਹਦੇ ਵਿੱਚ ਕਿਹੜੀ ਪ੍ਰਕਿਰਿਆ ਹੋਏਗੀ, ਇਕਹਿਰੀ ਸੰਕਰਮਣ ਮਤ ਪੱਧਤੀ ਹੋਏਗੀ। ਭਾਵ ਇਹਨੂੰ ਸਿੰਗਲ ਟਰਾਂਸਫਰੇਬਲ ਵੋਟ ਸਿਸਟਮ ਵੀ ਆਪਾਂ ਕਹਿ ਸਕਦੇ ਹਾਂ। ਚਲੋ ਅੱਗੇ ਆਪਾਂ ਪੜ੍ਹਦੇ ਹਾਂ। ਇਹਦੇ ਅਗਲਾ ਟੌਪਿਕ ਜਿਹੜਾ ਹੈ ਰਾਸ਼ਟਰਪਤੀ ਨੂੰ ਵਧਾਉਣੇ ਅੱਗੇ। ਤਾਂ ਵੇਖਦੇ ਹਾਂ ਆਪਾਂ ਕਿ ਅੱਗੇ ਆਪਣਾ ਚੌਥਾ ਪੁਆਇੰਟ ਆਉਂਦਾ ਕਿ ਗੁਪਤ ਮਤਦਾਨ। ਇੱਥੇ ਜਿਹੜਾ ਹੈ ਕਿ ਮਤਦਾਨ ਜਿਹੜਾ ਹੈ ਉਹ ਗੁਪਤ ਤਰੀਕੇ ਦੇ ਨਾਲ ਹੁੰਦਾ ਹੈ, ਜਨਤਾ ਦੇ ਸਾਹਮਣੇ ਨਹੀਂ ਹੁੰਦਾ, ਕਿਉਂਕਿ ਇਹਨੂੰ ਚੁਣਨ ਵਾਲੇ ਕੌਣ ਹੁੰਦੇ ਆ, ਰਾਸ਼ਟਰਪਤੀ ਨੂੰ ਜਨਤਾ ਖੁਦ ਨਹੀਂ ਚੁਣਦੀ ਬਲਕਿ ਜਨਤਾ ਦੁਆਰਾ ਚੁਣੇ ਗਏ ਪ੍ਰਤੀਨਿਧੀ ਜਿਹੜੇ ਹੁੰਦੇ ਆ, ਜੋ ਲੋਕ ਸਭਾ ਦੀਆਂ ਵੋਟਾਂ ਹੁੰਦੀਆਂ ਜਾਂ ਵਿਧਾਨ ਸਭਾਵਾਂ ਦੀਆਂ ਵੋਟਾਂ ਹੁੰਦੀਆਂ, ਇਹਨਾਂ ਦੇ ਵਿੱਚ ਜਿਹੜੇ ਮੈਂਬਰ ਚੁਣ ਕੇ ਜਾਂਦੇ ਆ, ਜਨਤਾ ਦੁਆਰਾ ਚੁਣ ਕੇ ਜਾਂਦੇ ਆ, ਇਹਨਾਂ ਦੀ ਜਨਤਾ ਦੇ ਪ੍ਰਤੀਨਿਧੀ ਜਾਂਦੇ ਆ, ਉਹ ਅੱਗੇ ਜਾ ਕੇ ਰਾਸ਼ਟਰਪਤੀ ਦੀ ਚੋਣ ਕਰਦੇ ਆ। ਇਸ ਕਰਕੇ ਜਨਤਾ ਦੇ ਸਾਹਮਣੇ ਵੋਟਿੰਗ ਨਹੀਂ ਹੁੰਦੀ ਬਲਕਿ ਉਹ ਗੁਪਤ ਤਰੀਕੇ ਦੇ ਨਾਲ ਰਾਸ਼ਟਰਪਤੀ ਦੀ ਜੋ ਹੈ ਚੋਣ ਕਰਦੇ ਆ ਤੇ ਵੋਟਿੰਗ ਕਰਦੇ ਆ। ਤਾਂ ਮਤ ਪੱਤਰ ਜਿਹੜਾ ਹੈ ਇਹਦੇ ਰਾਹੀਂ ਹੁੰਦਾ। ਗੁਪਤ ਮਤਦਾਨ ਜਿਹੜਾ ਹੈ ਉਹ ਗੁਪਤ ਮਤ ਪੱਤਰ ਦੇ ਰਾਹੀਂ ਹੁੰਦਾ ਕਿ ਗੁਪਤ ਰੱਖਿਆ ਜਾਂਦਾ ਇਸ ਨੂੰ। ਚੁਣਾਵੀ ਸਫਲਤਾ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਨਿਊਨਤਮ ਕੋਟਾ ਪ੍ਰਾਪਤ ਕਰਨਾ ਜ਼ਰੂਰੀ ਹੁੰਦਾ, ਠੀਕ ਹੈ। ਜਿਹੜਾ ਵੀ ਉਮੀਦਵਾਰ ਹੈ ਉਹ ਜੇਕਰ ਸਫਲਤਾ ਪ੍ਰਾਪਤ ਕਰਦਾ ਹੈ ਤਾਂ ਸਫਲਤਾ ਪ੍ਰਾਪਤ ਕਰਨ ਦੇ ਲਈ ਸ਼ਰਤ ਕੀ ਹੈਗੀ ਹੈ, ਇਹ ਸ਼ਰਤ ਹੈਗੀ ਹੈ ਕਿ ਉਹਨੂੰ ਨਿਊਨਤਮ ਕੋਟਾ ਜਿਹੜਾ ਹੈ, ਨਿਊਨਤਮ ਕੋਟਾ ਘੱਟ ਤੋਂ ਘੱਟ ਜਿਹੜਾ ਕੋਟਾ ਹੈਗਾ ਉਸ ਨੂੰ ਪ੍ਰਾਪਤ ਕਰਨਾ ਜ਼ਰੂਰੀ ਹੈ। ਤੇ ਨਿਊਨਤਮ ਕੋਟਾ ਦਾ ਇੱਕ ਫਾਰਮੂਲਾ ਨਿਰਧਾਰਿਤ ਕੀਤਾ ਹੋਇਆ ਹੈ, ਇਹ ਭਾਰਤੀ ਸੰਵਿਧਾਨ ਦੇ ਵਿੱਚ ਹੀ ਲਿਖਿਆ ਗਿਆ ਹੈ, ਠੀਕ ਹੈ। ਜਿੱਥੇ ਰਾਸ਼ਟਰਪਤੀ ਦੇ ਚੋਣ ਮੰਡਲ ਦੇ ਬਾਰੇ ਲਿਖਿਆ ਹੋਇਆ ਭਾਰਤੀ ਸੰਵਿਧਾਨ ਦੇ ਵਿੱਚ, ਉੱਥੇ ਇਸ ਫਾਰਮੂਲੇ ਨੂੰ ਵੀ ਲਿਖਿਆ ਹੋਇਆ ਤੇ ਇਹਦੇ ਵਿੱਚ ਲਿਖਿਆ ਗਿਆ ਹੈ ਕਿ ਨਿਊਨਤਮ ਕੋਟਾ ਕਿਵੇਂ ਨਿਰਧਾਰਿਤ ਕੀਤਾ ਜਾਏਗਾ। ਨਿਊਨਤਮ ਕੋਟਾ ਜਿਹੜਾ ਹੈ ਇਹ ਬਰਾਬਰ ਹੁੰਦਾ ਦਿੱਤੇ ਗਏ ਮਤਾਂ ਦੀ ਸੰਖਿਆ, ਜਿੰਨੇ ਮਤ ਪੈਂਦੇ ਹੈ ਟੋਟਲ ਜਿੰਨੇ ਮਤ ਦਿੱਤੇ ਜਾਂਦੇ ਨੇ, ਜਿੰਨੀਆਂ ਵੋਟਾਂ ਪੈਂਦੀਆਂ ਨੇ
ਬਟਾ ਉਹਦੇ ਰਾਸ਼ਟਰਪਤੀ ਪਦ ਲਈ ਉਮੀਦਵਾਰਾਂ ਦੀ ਸੰਖਿਆ, ਕਿ ਜਿੰਨੇ ਉਮੀਦਵਾਰ ਖੜੇ ਹੋਏ ਆ ਰਾਸ਼ਟਰਪਤੀ ਪਦ ਦੇ ਲਈ, ਕਿ ਜਿਨ੍ਹਾਂ ਨੇ ਨਾਮਜ਼ਦਗੀ ਫਾਰਮ ਭਰਿਆ ਸੀਗਾ ਰਾਸ਼ਟਰਪਤੀ ਪਦ ਦੇ ਲਈ ਵੋਟ ਚੋਣਾਂ ਲੜਨ ਦੇ ਲਈ, ਉਹਨਾਂ ਦੀ ਸੰਖਿਆ, ਜਿੰਨੇ ਮਤ ਦਿੱਤੇ ਗਏ ਆ ਟੋਟਲ, ਤੇ ਜਿੰਨੇ ਰਾਸ਼ਟਰਪਤੀ ਦੀ ਪੋਸਟ ਦੇ ਲਈ ਚੋਣਾਂ ਲੜਨ ਵਾਲੇ ਉਮੀਦਵਾਰ ਨੇ ਉਹਨਾਂ ਨੂੰ ਬਟਾ ਕੀਤਾ ਜਾਂਦਾ ਪਲੱਸ 1 ਕੀਤਾ ਜਾਂਦਾ ਇਹਦੇ ਨਾਲ। ਤਾਂ ਇਸ ਫਾਰਮੂਲੇ ਦੇ ਨਾਲ ਜੋ ਨਿਊਨਤਮ ਕੋਟਾ ਨਿਕਲ ਕੇ ਆਉਂਦਾ ਉਹ ਪ੍ਰਾਪਤ ਕਰਨਾ ਜ਼ਰੂਰੀ ਹੈ ਇੱਕ ਜੇਤੂ ਉਮੀਦਵਾਰ ਦੇ ਲਈ। ਠੀਕ ਹੈ, ਇੱਕ ਜੇਤੂ ਉਮੀਦਵਾਰ ਦੇ ਲਈ ਇਸ ਤਰ੍ਹਾਂ ਦਾ ਇਹ ਫਾਰਮੂਲਾ ਲਾ ਕੇ ਇੱਕ ਨਿਊਨਤਮ ਕੋਟਾ ਜਿਹੜਾ ਹੈ ਇਹ ਪੂਰਾ ਕਰਨਾ ਜ਼ਰੂਰੀ ਹੁੰਦਾ, ਨਹੀਂ ਤਾਂ ਉਸ ਨੂੰ ਜੇਤੂ ਕਰਾਰ ਨਹੀਂ ਦਿੱਤਾ ਜਾਂਦਾ ਤੇ ਉਹ ਰਾਸ਼ਟਰਪਤੀ ਨਹੀਂ ਬਣ ਸਕਦਾ। ਇਸ ਲਈ ਉਸ ਨੂੰ ਨਿਊਨਤਮ ਕੋਟਾ ਜਿਹੜਾ ਹੈ ਉਹ ਪ੍ਰਾਪਤ ਕਰਨਾ ਜ਼ਰੂਰੀ ਹੁੰਦਾ। ਫਿਰ ਅਗਲਾ ਪੁਆਇੰਟ ਆਪਣਾ ਪੰਜਵਾਂ, ਰਾਜ ਦੀ ਵਿਧਾਨ ਸਭਾ ਦੇ ਹਰੇਕ ਚੁਣੇ ਹੋਏ ਮੈਂਬਰ ਦੀ ਵੋਟ ਦਾ ਮੁੱਲ। ਹੁਣ ਜੋ ਰਾਸ਼ਟਰਪਤੀ ਚੋਣ ਦੇ ਵਿੱਚ ਭਾਗ ਲੈਂਦੇ ਆ ਮੈਂਬਰ, ਉਹਦੇ ਵਿੱਚ ਜੋ ਰਾਜ ਵਿਧਾਨ ਸਭਾਵਾਂ ਦੇ ਮੈਂਬਰ ਜਿਹੜੇ ਜਾਂਦੇ ਆ ਰਾਸ਼ਟਰਪਤੀ ਦੀ ਚੋਣ ਕਰਦੇ ਆ, ਜਾਂਦੇ ਕਿਤੇ ਨਹੀਂ ਬਲਕਿ ਉਹ ਆਪਣੇ ਸਟੇਟ ਦੇ ਵਿੱਚ ਬੈਠੇ ਹੀ VOTING ਕਰਦੇ ਆ। ਠੀਕ ਹੈ, ਤੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਜੋ ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਵੋਟ ਕਰਦੇ ਆ, ਉਹਨਾਂ ਦੀ ਵੋਟ ਦਾ ਮੁੱਲ ਕਿਸ ਤਰ੍ਹਾਂ ਕੱਢਿਆ ਜਾਂਦਾ ਹੈ। ਇੱਕ ਵੋਟ ਦਾ ਇੱਕ ਵਿਅਕਤੀ ਨਾਲ ਰਿਲੇਟਡ ਨਹੀਂ ਕੀਤਾ ਜਾਂਦਾ, ਬਲਕਿ ਜਿਹੜਾ ਇੱਕ ਆਪਣਾ ਵਿਧਾਨ ਸਭਾ ਦਾ ਮੈਂਬਰ ਹੈ ਉਹ ਜਨਤਾ ਦਾ ਪ੍ਰਤੀਨਿਧੀ ਹੁੰਦਾ। ਠੀਕ ਹੈ, 10 ਲੱਖ ਦੇ ਪਿੱਛੇ ਇੱਕ ਕੋਈ ਸੀਟ ਨਿਕਲਦੀ ਹੈ, ਇਸ ਕਰਕੇ ਉਹਦੀ ਵੋਟ ਦਾ ਮੁੱਲ ਵੀ ਉਨਾ ਹੀ ਜ਼ਿਆਦਾ ਹੁੰਦਾ ਕਿ ਇੱਕ ਵੋਟ ਦਾ ਮੁੱਲ ਇੱਕ ਨਹੀਂ ਹੁੰਦਾ, ਬਲਕਿ ਇੱਕ ਵੋਟ ਦਾ ਮੁੱਲ ਜਿਹੜਾ ਹੈ ਇਹ ਕਿਸੇ ਫਾਰਮੂਲੇ ਦੇ ਨਾਲ ਕੱਢਿਆ ਜਾਂਦਾ, ਉਹ 700 ਦੇ ਕਰੀਬ ਜਾ ਕੇ ਨਿਕਲਦਾ। ਸੌਰੀ, ਤਾਂ ਇੱਕ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਦੇ ਵੋਟ ਦਾ ਮੁੱਲ ਇਸ ਤਰੀਕੇ ਨਾਲ ਕੱਢਿਆ ਜਾਂਦਾ ਹੈ ਕਿ ਜਿਸ ਰਾਜ ਦਾ ਉਹ ਪ੍ਰਤੀਨਿਧੀ ਹੈ, ਜਿਸ ਰਾਜ ਦੇ ਵਿੱਚੋਂ ਚੁਣਿਆ ਹੋਇਆ ਉਹ ਪ੍ਰਤੀਨਿਧੀ ਹੈ, ਉਸ ਰਾਜ ਦੀ ਕੁੱਲ ਜਨਸੰਖਿਆ ਪਤਾ ਹੋਣੀ ਚਾਹੀਦੀ ਹੈ। ਉਹਦੇ ਬੱਟਾ ਕੀਤੇ ਜਾਂਦੇ ਆ ਰਾਜਾਂ ਦੇ ਵਿਧਾਨ ਸਭਾ ਦੇ ਕੁੱਲ ਚੁਣੇ ਹੋਏ ਮੈਂਬਰਾਂ ਦੀ ਸੰਖਿਆ ਨੂੰ, ਕਿ ਰਾਜ ਜਿਹੜੇ ਰਾਜ ਦੇ ਵਿੱਚੋਂ ਮੈਂਬਰ ਜਾ ਰਿਹਾ ਉਹਦੇ ਵਿੱਚ ਉਸ ਰਾਜ ਦੀ ਜਨਸੰਖਿਆ ਕਿੰਨੀ ਹੈ ਬਟਾ ਉਸ ਰਾਜ ਦੀ ਵਿਧਾਨ ਸਭਾ ਜਿਹੜੀ ਹੈ ਉਹਦੇ ਵਿੱਚ ਕੁੱਲ ਚੁਣੇ ਹੋਏ ਮੈਂਬਰ ਕਿੰਨੇ ਹੈ। ਠੀਕ ਹੈ, ਮੰਨ ਲਓ ਆਪਣੇ 2 ਕਰੋੜ ਜਨਸੰਖਿਆ ਆਪਣੇ ਪੰਜਾਬ ਦੀ ਹੈਗੀ ਹੈ, ਜਾਂ 3 ਕਰੋੜ ਮੰਨ ਲਓ, ਬਟਾ ਕੁੱਲ ਜਨਸੰਖਿਆ ਮੰਨ ਲਓ ਪੰਜਾਬ ਦੀ 3 ਕਰੋੜ ਹੈਗੀ ਹੈ, ਉਹਦੇ ਬਟਾ ਕਰ ਦੇਣਗੇ ਆਪਣੇ 117 MLA ਜਿਹੜੇ ਹੈਗੇ ਆ ਰਾਜ ਵਿਧਾਨ ਸਭਾ ਦੇ। ਠੀਕ ਹੈ, ਤੇ ਗੁਣਾ 1/1000 ਕਰਕੇ ਇਹ ਜੋ ਹੈ ਆਪਣਾ ਫਾਰਮੂਲਾ ਲਾ ਕੇ ਜੋ ਇਹਦੀ ਕੀਮਤ ਨਿਕਲ ਕੇ ਆਏਗੀ ਇੱਕ MLA ਦੀ ਵੋਟ ਦੀ, ਉਹ ਆਪਣੀ ਬਣੇਗੀ। ਇਹਨੂੰ ਤੁਸੀਂ ਸੋਲਵ ਕਰਕੇ ਵੇਖ ਲੈਣਾ। ਠੀਕ ਹੈ, ਤਾਂ ਇਸ ਤਰੀਕੇ ਦੇ ਨਾਲ ਇੱਕ MLA ਦੀ ਜੋ ਹੈ ਵੋਟ ਦੀ ਕੀਮਤ ਕੱਢੀ ਜਾਂਦੀ ਹੈ। ਫਿਰ ਅੱਗੇ ਆਪਣਾ 6ਵਾਂ ਪੁਆਇੰਟ ਹੈਗਾ ਸੰਸਦ ਦੇ ਹਰੇਕ ਚੁਣੇ ਹੋਏ ਮੈਂਬਰ ਦੇ ਵੋਟ ਦੀ ਕੀਮਤ। ਪਹਿਲਾਂ ਆਪਾਂ ਰਾਜ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਵੋਟ ਦੀ ਕੀਮਤ ਵੇਖੀ ਸੀ, ਹੁਣ ਆਪਾਂ ਸੰਸਦ ਦੇ ਹਰੇਕ ਚੁਣੇ ਹੋਏ ਮੈਂਬਰ ਦੇ ਵੋਟ ਦੀ ਕੀਮਤ ਵੇਖਾਂਗੇ ਕਿ ਕਿਵੇਂ ਕੱਢੀ ਜਾਂਦੀ ਹੈ। ਇਹਦੇ ਲਈ ਵੀ ਇੱਕ ਫਾਰਮੂਲਾ ਲੱਗਦਾ ਜਿਹਦੇ ਵਿੱਚ ਕੀ ਹੈ, ਸਾਰੇ ਰਾਜਾਂ ਦੀ ਵਿਧਾਨ ਸਭਾ ਦੇ ਕੁੱਲ ਚੁਣੇ ਹੋਏ ਮੈਂਬਰਾਂ ਦਾ ਕੁੱਲ ਮਤਾਂ ਦਾ ਯੋਗ। ਠੀਕ ਹੈ, ਕਿ ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਕੁੱਲ ਚੁਣੇ ਹੋਏ ਮੈਂਬਰ ਜਿੰਨੇ ਵੀ ਨੇ, ਟੋਟਲ ਸਾਰੇ ਆਪਣੀਆਂ ਸਟੇਟਾਂ ਦੇ ਜਿੰਨੇ ਵੀ ਵਿਧਾਨ ਸਭਾਵਾਂ ਨੇ, ਉਹਨਾਂ ਸਾਰੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਦਾ ਕੁੱਲ ਕਰ ਲਏ ਇਹ ਜੋੜ, ਕਿ ਜਿੰਨੇ ਵੀ ਉਹ ਟੋਟਲ ਮੈਂਬਰ ਨਿਕਲ ਕੇ ਆਉਂਦੇ ਆ, ਫਿਰ ਉਹਨਾਂ ਦੀ ਇੱਕ ਮੈਂਬਰ ਦੀ ਜੋ ਵੋਟ ਦੀ ਕੀਮਤ ਕੱਢੀ ਹੈ ਆਪਾਂ ਇਸ ਫਾਰਮੂਲੇ ਦੇ ਅਕੋਰਡਿੰਗ, ਉਹ ਕੀਮਤ ਨੂੰ ਉਹਨਾਂ ਸਾਰੇ ਮੈਂਬਰਾਂ ਦੇ ਨਾਲ ਗੁਣਾ ਕਰਕੇ, ਕਿ ਮੰਨ ਲਓ 200 ਮੈਂਬਰ, ਮੰਨ ਲਓ ਆਪਣੇ ਕੋਲ 2000 ਮੈਂਬਰ ਟੋਟਲ ਹੁੰਦੇ ਆ 28 ਰਾਜਾਂ ਦੇ ਵਿੱਚੋਂ, 2000 MLA ਆ ਜਾਂਦੇ ਆ ਆਪਣੇ ਕੋਲ ਸਾਰੀਆਂ ਵਿਧਾਨ ਸਭਾਵਾਂ ਦੇ ਵਿੱਚੋਂ, ਤੇ ਮੰਨ ਕੇ ਚੱਲੋ 700 ਦੇ ਕਰੀਬ ਆਪਣੇ ਕੋਲ ਇੱਕ MLA ਦੀ ਵੋਟ ਦੀ ਕੀਮਤ ਹੈਗੀ ਹੈ। ਤਾਂ ਇਹਨੂੰ ਇਹਦੇ ਨਾਲ ਗੁਣਾ ਕਰਕੇ ਜਿੰਨਾ ਟੋਟਲ ਹੁੰਦਾ ਉਹਨੂੰ ਇੱਥੇ ਬਟਾ 'ਚ ਰੱਖਿਆ ਜਾਂਦਾ ਉੱਪਰਲੇ ਪਾਸੇ, ਤੇ ਫਿਰ ਇਹਦੇ ਥੱਲੇ ਬਟਾ 'ਚ ਕੀਤਾ ਜਾਂਦਾ ਸੰਸਦ ਦੇ ਕੁੱਲ ਚੁਣੇ ਹੋਏ ਮੈਂਬਰਾਂ ਦੀ ਸੰਖਿਆ। ਸੰਸਦ ਦੇ ਕੁੱਲ ਚੁਣੇ ਹੋਏ ਮੈਂਬਰ ਕਿੰਨੇ ਹੋ ਜਾਣਗੇ, 245 ਮੈਂਬਰ ਆਪਣੇ 245 ਦੇ ਮੈਂਬਰ ਜਿਹੜੇ ਹੋ ਗਏ ਆਪਣੇ ਰਾਜ ਸਭਾ ਦੇ, ਫਿਰ ਆਪਣੇ 543 ਮੈਂਬਰ ਹੋ ਗਏ ਆਪਣੇ ਲੋਕ ਸਭਾ ਦੇ, ਇਹ ਚੁਣੇ ਹੋਏ ਮੈਂਬਰ ਜਿਹੜੇ ਨੇ। ਅੱਛਾ 245 ਹੈ, ਇਹਦੇ ਵਿੱਚੋਂ ਆਪਾਂ 12 ਮਾਈਨਸ ਕਰ ਦਿੰਦੇ ਹਾਂ ਕਿਉਂਕਿ ਰਾਸ਼ਟਰਪਤੀ ਇਹਨਾਂ ਨੂੰ ਨਾਮਜ਼ਦ ਕਰਦਾ ਤੇ ਉਹ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਭਾਗ ਨਹੀਂ ਲੈ ਸਕਦੇ। ਤਾਂ ਇੱਥੇ ਆਪਣੇ ਕੋਲ 233 ਮੈਂਬਰ ਚੁਣੇ ਹੋਏ ਆ ਗਏ ਰਾਜ ਸਭਾ ਦੇ, ਤੇ 243 ਮੈਂਬਰ ਆਪਣੇ ਕੋਲ 543 ਮੈਂਬਰ ਜਿਹੜੇ ਆ ਲੋਕ ਸਭਾ ਦੇ ਆ ਗਏ। ਤਾਂ ਇਹ ਜਿਹੜੇ ਟੋਟਲ ਮੈਂਬਰ ਨੇ 776, ਇਹ ਬਟਾ ਹੋ ਜਾਣਗੇ ਇਹਦੇ। ਠੀਕ ਹੈ, ਇਸ ਤਰੀਕੇ ਦੇ ਨਾਲ ਜੋ ਇਹ ਪ੍ਰਕਿਰਿਆ ਹੈਗੀ ਹੈ, ਇਹਦੇ ਨਾਲ ਆਪਾਂ ਇਸ ਵੋਟ ਦੀ ਜਿਹੜੀ ਹੈ ਕੀਮਤ ਕੱਢ ਸਕਦੇ ਹਾਂ। ਸੰਸਦ ਦੇ ਹਰੇਕ ਚੁਣੇ ਹੋਏ ਮੈਂਬਰ ਦੇ ਵੋਟ ਦੀ ਕੀਮਤ ਕੱਢ ਸਕਦੇ ਹਾਂ ਆਪਾਂ। ਠੀਕ ਹੈ, ਚਲੋ ਇਹ ਸੀਗੇ ਫਾਰਮੂਲੇ, ਨੂੰ ਤੁਸੀਂ ਰਿਪੀਟ ਕਰ ਲੈਣਾ ਕਿ ਨਿਊਨਤਮ ਕੋਟਾ ਉਸ ਨੂੰ ਪ੍ਰਾਪਤ ਕਰਨਾ ਪੈਂਦਾ ਜੇਕਰ ਜੇਤੂ ਹੋਣਾ,
ਤੇ ਰਾਜਾਂ ਦੀ ਵਿਧਾਨ ਸਭਾ ਦੇ ਹਰੇਕ ਚੁਣੇ ਹੋਏ ਮੈਂਬਰ ਦੀ ਵੋਟ ਦੀ ਕੀਮਤ ਕਿਸ ਤਰ੍ਹਾਂ ਦੇ ਨਾਲ ਕੱਢੀ ਜਾਂਦੀ ਹੈ, ਇਹ ਫਾਰਮੂਲਾ ਹੈਗਾ, ਲਿਖ ਲਓ, ਬਹੁਤ ਕੰਮ ਦਾ ਹੈ। ਫਿਰ ਸੰਸਦ ਦੇ ਹਰੇਕ ਚੁਣੇ ਹੋਏ ਮੈਂਬਰ ਦੀ ਵੋਟ ਦੀ ਕੀਮਤ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਕੱਢੀ ਜਾਂਦੀ ਹੈ, ਇਹ ਵੀ ਵੇਖ ਲਓ ਆਪਣੇ, ਇਹ ਫਾਰਮੂਲਾ ਹੈਗਾ, ਨੋਟ ਕਰ ਲੈਣਾ ਆਪਣੀ ਨੋਟਬੁੱਕ ਤੇ। ਹੁਣ ਚੱਲੋ ਆਪਾਂ ਅੱਗੇ ਚੱਲਦੇ ਹਾਂ, ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹਾਂ, ਕਿਸ ਤਰ੍ਹਾਂ ਨਾਲ ਇਹ ਚੁਣਿਆ ਜਾਂਦਾ। ਚਲੋ ਚੱਲਦੇ ਹਾਂ। ਇਸ ਤੋਂ ਬਾਅਦ ਆਪਾਂ ਵੇਖਦੇ ਹਾਂ ਕਿ ਸ਼ੁਰੂ ਦੇ ਵਿੱਚ ਆਪਾਂ ਜਿਹੜਾ ਹੈ ਟੌਪਿਕ ਸ਼ੁਰੂ ਹੀ ਕਰੀ ਜਾ ਰਹੇ ਹਾਂ ਕਿ ਰਾਸ਼ਟਰਪਤੀ ਆਪਣਾ ਟੌਪਿਕ ਚੱਲ ਰਿਹਾ ਅਨੁਛੇਦ 52 ਦੇ ਵਿੱਚ ਆਪਣਾ ਭਾਰਤੀ ਸੰਵਿਧਾਨ ਦੇ ਅਨੁਛੇਦ 52 ਦੇ ਵਿੱਚ ਆਪਣਾ ਰਾਸ਼ਟਰਪਤੀ ਦੇ ਪਦ ਦੀ ਵਿਵਸਥਾ ਕੀਤੀ ਗਈ ਹੈ। ਭਾਗ 5 ਜੋ ਕਿ ਸੰਘ ਦੇ ਨਾਲ ਸੰਬੰਧਿਤ ਹੈ, ਇਹਦੇ ਵਿੱਚ ਰਾਸ਼ਟਰਪਤੀ ਆਪਣਾ ਸ਼ਾਮਿਲ ਹੈ। ਇਹਦਾ ਅਧਿਆਇ 1 ਜਿਹੜਾ ਹੈ ਭਾਗ 5 ਦਾ, ਇਹ ਜੋ ਹੈ ਕਾਰਜਪਾਲਿਕਾ ਨਾਲ ਸੰਬੰਧਿਤ ਹੈ। ਤੇ ਆਪਾਂ ਰਾਸ਼ਟਰਪਤੀ ਦੇ ਚੋਣ ਮੰਡਲ ਬਾਰੇ ਕਰ ਰਹੇ ਸੀਗੇ, ਕਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ, ਕੀ ਪ੍ਰਕਿਰਿਆ ਲੱਗਦੀ ਹੈ। ਜੋ ਆਪਣੀ ਸੰਸਦ ਹੈ ਇਹਦੇ ਹਰ ਇੱਕ ਮੈਂਬਰ ਦੇ ਵੋਟ ਦੀ ਕੀਮਤ ਕਿੰਨੀ ਹੁੰਦੀ ਹੈ, ਤੇ ਆਪਣੀਆਂ ਰਾਜ ਵਿਧਾਨ ਸਭਾਵਾਂ ਨੇ ਉਹਦੇ ਹਰੇਕ ਮੈਂਬਰ ਦੀ ਵੋਟ ਦੀ ਕੀਮਤ ਕਿੰਨੀ ਹੁੰਦੀ ਹੈ, ਕਿਵੇਂ ਕੱਢੀ ਜਾਂਦੀ ਹੈ, ਇਹ ਆਪਾਂ ਵੇਖ ਲਿਆ। ਇਸ ਤੋਂ ਬਾਅਦ ਆਪਣਾ 7ਵਾਂ ਪੁਆਇੰਟ ਆ ਜਾਂਦਾ ਇੱਥੇ, ਇੱਕ ਹੀ ਵਿਅਕਤੀ ਜਿੰਨੀ ਵਾਰ ਚਾਹੇ ਰਾਸ਼ਟਰਪਤੀ ਪਦ ਤੇ ਚੁਣਾਵ ਲੜ ਸਕਦਾ ਹੈ। ਕਿ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਇਹ ਕੋਈ ਵਿਵਸਥਾ ਨਹੀਂ ਕੀਤੀ ਗਈ ਕਿ ਰਾਸ਼ਟਰਪਤੀ ਇੱਕ ਹੀ ਵਿਅਕਤੀ 2 ਵਾਰ ਰਾਸ਼ਟਰਪਤੀ ਚੁਣ ਸਕਦਾ ਹੈ, ਜਾਂ 3 ਵਾਰ ਇਲੈਕਸ਼ਨ ਲੜ ਸਕਦਾ ਹੈ, ਜਾਂ 4 ਵਾਰ ਲੜ ਸਕਦਾ ਹੈ। ਇਹ ਕੋਈ ਲਿਮਿਟ ਨਹੀਂ ਹੈ ਇੱਥੇ, ਉਹ ਜਿੰਨੀ ਵਾਰ ਚਾਹੇ ਰਾਸ਼ਟਰਪਤੀ ਪਦ ਦੇ ਲਈ ਚੁਣਾਵ ਲੜ ਸਕਦਾ ਹੈ। ਹੁਣ ਅਮਰੀਕਾ ਦਾ ਜੋ ਰਾਸ਼ਟਰਪਤੀ ਹੈ ਉਹ ਇੱਕ ਵਿਅਕਤੀ ਹੈ ਜੋ ਇੱਕ ਵਾਰ ਰਾਸ਼ਟਰਪਤੀ ਬਣ ਗਿਆ ਤਾਂ ਉਹ ਦੂਜੀ ਵਾਰ ਫੇਰ ਬਣ ਸਕਦਾ ਹੈ ਰਾਸ਼ਟਰਪਤੀ, ਚੁਣਾਵ ਲੜ ਸਕਦਾ ਹੈ, ਪਰ ਤੀਜੀ ਵਾਰ ਨਹੀਂ ਲੜ ਸਕਦਾ। ਕਿ ਇੱਕ ਵਿਅਕਤੀ ਜਿਹੜਾ ਹੈ ਅਮਰੀਕਾ ਦੇ ਵਿੱਚ ਉਹ ਸਿਰਫ 2 ਵਾਰ ਹੀ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਹੈ, ਭਾਵ ਕਿ 2 ਵਾਰ ਹੀ ਉਹ ਰਾਸ਼ਟਰਪਤੀ ਬਣ ਸਕਦਾ ਹੈ, ਇਸ ਤੋਂ ਜ਼ਿਆਦਾ ਵਾਰ ਨਹੀਂ ਬਣ ਸਕਦਾ। ਪਰ ਭਾਰਤ ਦੇ ਵਿੱਚ ਕੀ ਹੈ ਕਿ ਕੋਈ ਵੀ ਵਿਅਕਤੀ ਜਿੰਨੀ ਵਾਰ ਚਾਹੇ ਉਹ ਰਾਸ਼ਟਰਪਤੀ ਪਦ ਦੇ ਲਈ ਚੁਣਾਵ ਲੜ ਸਕਦਾ ਹੈ ਤੇ ਰਾਸ਼ਟਰਪਤੀ ਬਣ ਸਕਦਾ ਹੈ। ਇੱਥੇ ਕੋਈ ਏਜ ਲਿਮਿਟ ਵੀ ਨਹੀਂ ਹੈ, ਠੀਕ ਹੈ। ਘੱਟੋ ਘੱਟ ਏਜ ਲਿਮਿਟ ਹੈਗੀ ਹੈ 35 ਸਾਲ, ਕਿ ਉਹ 35 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹੋਵੇ, ਪਰ ਜ਼ਿਆਦਾ ਤੋਂ ਜ਼ਿਆਦਾ ਕੋਈ ਉਮਰ ਨਹੀਂ ਦੱਸੀ ਗਈ, ਉਹ ਲਾਈਫ ਟਾਈਮ ਦੇ ਲਈ ਵੀ ਚੁਣਾਵ ਲੜ ਸਕਦਾ ਹੈ। ਰਾਸ਼ਟਰਪਤੀ ਦੀ ਚੋਣ ਸੰਬੰਧੀ ਵਿਵਾਦ ਜਿਹੜੇ ਹੈਗੇ ਆ ਉਹਦੇ ਬਾਰੇ ਵੇਖ ਲੈਂਦੇ ਹਾਂ ਕਿ ਜਦੋਂ ਰਾਸ਼ਟਰਪਤੀ ਆਪਾਂ ਚੋਣ ਕਰਾਉਂਦੇ ਆ, ਕੋਈ ਵੀ ਕਿਸੇ ਤਰ੍ਹਾਂ ਦਾ ਵਿਵਾਦ ਹੁੰਦਾ, ਕਿਸੇ ਤਰ੍ਹਾਂ ਦੀ ਡਿਸਪਿਊਟ ਹੁੰਦਾ, ਆਪਸ ਵਿੱਚ ਕੋਈ ਸਲਾਹ ਮਸ਼ਵਰਾ ਸੈੱਟ ਨਹੀਂ ਪੈਂਦਾ, ਤਾਂ ਇਸ ਵਿਵਾਦ ਦਾ ਜਿਹੜਾ ਨਿਪਟਾਰਾ ਹੈ ਕੌਣ ਕਰੇਗਾ। ਤਾਂ ਰਾਸ਼ਟਰਪਤੀ ਦੀ ਜੋ ਚੋਣ ਸੰਬੰਧੀ ਵਿਵਾਦ ਦਾ ਨਿਪਟਾਰਾ ਜਿਹੜਾ ਹੈ ਉਹ ਸੁਪਰੀਮ ਕੋਰਟ ਵੱਲੋਂ ਕੀਤਾ ਜਾਂਦਾ, ਠੀਕ ਹੈ। ਰਾਸ਼ਟਰਪਤੀ ਦੀ ਚੋਣ ਸੰਬੰਧੀ ਕੋਈ ਵੀ ਵਿਵਾਦ ਆਉਂਦਾ, ਕੋਈ ਵੀ ਝਗੜਾ ਆਉਂਦਾ ਤਾਂ ਉਹਦਾ ਨਿਪਟਾਰਾ ਜੋ ਹੈ ਆਪਣਾ ਜਿਹੜਾ ਐਸਸੀ ਹੈ, ਐਸਸੀ ਭਾਵ ਸੁਪਰੀਮ ਕੋਰਟ ਜਿਹੜਾ ਆਪਣਾ ਦਿੱਲੀ ਵਿੱਚ ਹੈ ਸੁਪਰੀਮ ਕੋਰਟ, ਉਸ ਵੱਲੋਂ ਕੀਤਾ ਜਾਏਗਾ ਇਸ ਦਾ ਨਿਪਟਾਰਾ। ਚੋਣ ਅਵੈਧ ਘੋਸ਼ਿਤ ਹੋਣ ਤੇ ਉਸ ਵੱਲੋਂ ਕੀਤੇ ਗਏ ਕੰਮਾਂ ਨੂੰ ਅਵੈਧ ਨਹੀਂ ਮੰਨਿਆ ਜਾਏਗਾ, ਭਾਵ ਕਿ ਜੇਕਰ ਇਹ ਘੋਸ਼ਿਤ ਹੋ ਜੇ ਸੁਪਰੀਮ ਕੋਰਟ ਦੇ ਵਿੱਚ ਕਿ ਚੋਣ ਜਿਹੜੀ ਹੈ ਅਵੈਧ ਤਰੀਕੇ ਦੇ ਨਾਲ ਹੋਈ ਹੈ, ਕਿਸੇ ਤਰੀਕੇ ਦਾ ਕੋਈ ਮਾਲ ਪ੍ਰੈਕਟਿਸ ਹੋਈ ਹੈ, ਠੀਕ ਹੈ, ਇਹ ਘੋਸ਼ਿਤ ਹੋ ਜੇ ਤਾਂ ਰਾਸ਼ਟਰਪਤੀ ਜਿਹੜਾ ਹੈ ਆਪਣੇ ਪਦ ਤੇ ਵਿਰਾਜਮਾਨ ਹੋ ਗਿਆ ਹੈ। ਉਹ ਜਿਹੜਾ ਆਪਣੇ ਕਾਰਜਕਾਲ ਦੇ ਵਿੱਚ ਕੰਮ ਕਰਨਾ, ਜੇ ਉਹਨੇ ਕੋਈ ਸ਼ੁਰੂ ਕਰ ਦਿੱਤਾ ਹੈ ਤੇ ਉਹਨੇ ਕੋਈ ਕੰਮ ਕਰ ਲਏ ਹੈ ਤਾਂ ਉਹਨਾਂ ਨੂੰ ਅਵੈਧ ਘੋਸ਼ਿਤ ਨਹੀਂ ਕੀਤਾ ਜਾਏਗਾ, ਉਹਨਾਂ ਨੂੰ ਗਲਤ ਘੋਸ਼ਿਤ ਨਹੀਂ ਕੀਤਾ ਜਾਏਗਾ, ਬਲਕਿ ਉਹ ਕੰਮ ਉੱਦਾਂ ਹੀ ਰਹਿਣਗੇ, ਠੀਕ ਹੈ। ਫਿਰ ਆਪਣਾ ਨੋਟ ਅੱਗੇ ਮੈਂ ਨੋਟ 'ਤੇ ਲਿਖੀ ਇਹ ਗੱਲ ਯਾਦ ਰੱਖ ਲਿਓ ਧਿਆਨ ਨਾਲ ਕਿ ਰਾਸ਼ਟਰਪਤੀ ਪਦ ਤੇ ਚੁਣੇ ਜਾਣ ਦੀ ਘੋਸ਼ਣਾ ਲਈ ਵਿਦ ਮਤਾਂ ਦੀ ਸੰਖਿਆ ਜਿਹੜੀ ਹੈ 50% ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਕਿ ਕੋਈ ਵੀ ਰਾਸ਼ਟਰਪਤੀ ਚੁਣਿਆ ਗਿਆ ਹੈ, ਇਹਦੀ ਘੋਸ਼ਣਾ ਕਰਨੀ ਹੈ ਤਾਂ ਵਿਦ ਮਤਾਂ ਦੀ ਜਿਹੜੀ ਸੰਖਿਆ ਹੈ ਉਹਦਾ 50% ਤੋਂ ਜ਼ਿਆਦਾ ਜਿਹੜੀ ਹੈ ਵੋਟਾਂ ਪ੍ਰਾਪਤ ਕਰਨੀਆਂ ਜ਼ਰੂਰੀ ਹੈ ਉਮੀਦਵਾਰ ਨੂੰ, ਤਾਂ ਹੀ ਉਹ ਆਪਣੇ ਜੇਤੂ ਹੋਣ ਦੀ ਘੋਸ਼ਣਾ ਜੋ ਹੈ ਕਰ ਸਕਦਾ ਹੈ। ਤਾਂ ਇੱਥੇ ਆਪਣਾ ਇਹ ਵੀਡੀਓ ਜਿਹੜਾ ਹੈ ਕੰਪਲੀਟ ਹੋ ਚੁੱਕਿਆ, ਭਾਵ ਕਿ ਇੱਥੇ ਆਪਾਂ ਸਟਾਪ ਕਰਦੇ ਹਾਂ ਆਪਣੀ ਵੀਡੀਓ ਨੂੰ, ਆਪਣੀ ਕਲਾਸ ਨੂੰ, ਤੇ ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ। ਤੇ ਆਪਣੇ ਜੋ ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਓ, ਤਾਂ ਕਿ ਅਗਲੇ ਜਿਹੜਾ ਟੌਪਿਕ ਆਪਣਾ ਰਾਸ਼ਟਰਪਤੀ ਅੱਗੇ ਵਧਾਵਾਂਗੇ ਇਹਦਾ ਬੈਲ ਆਈਕਨ ਜਿਹੜਾ ਹੈ ਪ੍ਰੈਸ ਕਰ ਲਓ, ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦਾ ਜਿਹੜਾ ਨੋਟਿਸ ਹੈ ਉਹ ਮਿਲਦਾ ਰਹੇ। ਧੰਨਵਾਦ।